ਠੀਕ ਹੈ ਸਾਥੀਓ, ਪਹਿਲਾਂ ਵਾਲੀ ਵੀਡੀਓ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਬੰਸਦਾਰਾ ਨਦੀ ਦੀ। ਮੈਂ ਤੁਹਾਨੂੰ ਦੱਸ ਰਿਹਾ ਸੀ ਕਿਹੜੀ ਬੰਸਦਾਰਾ ਨਦੀ ਹੈ। ਇਹ ਆਂਧਰਾ ਪ੍ਰਦੇਸ਼ ਅਤੇ ਉੜੀਸਾ ਦੇ ਵਿੱਚ ਵਹਿੰਦੀ ਆ ਅਤੇ ਇਹਦਾ ਮੇਨ ਰੌਲਾ ਉੜੀਸਾ ਜਿਹੜੀ ਹੈਗੀ ਆ ਕਿ ਉੱਥੋਂ ਨਿਕਲਦੀ ਅਤੇ ਆਂਧਰਾ ਪ੍ਰਦੇਸ਼ ਵੱਲ ਜਾਂਦੀ ਆ। ਪਰ ਆਂਧਰਾ ਪ੍ਰਦੇਸ਼ ਇੱਥੇ ਡੈਮ ਬਣਾਉਣਾ ਚਾਹੁੰਦਾ ਨਿਰਾਦੀ, ਪਰੰਤੂ ਉੜੀਸਾ ਉਹਦੇ ਲਈ ਸਹਿਮਤੀ ਨਹੀਂ ਦੇ ਰਿਹਾ। ਹੈਗੀ ਆ ਬੰਸਦਾਰਾ ਨਦੀ। ਬੰਸਦਾਰਾ ਨਦੀ ਉੱਪਰੋਂ ਆਉਂਦੀ ਹੈ ਅਤੇ ਹੇਠਾਂ ਵੱਲ ਨੂੰ ਪੈਂਦੀ ਹੈ। ਆਂਧਰਾ ਪ੍ਰਦੇਸ਼ ਉੜੀਸਾ ਰਾਹੀਂ ਹੁੰਦੀ ਹੋਈ ਜਾਂਦੀ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਭਾਰਤ ਦੇ ਵਿੱਚ ਇੰਟਰਸਟੇਟ ਰਿਵਰ ਵਾਟਰ ਡਿਸਪਿਊਟ ਚੱਲਦੇ ਰਹਿੰਦੇ ਨੇ। ਦੋ ਸਟੇਟਾਂ ਦੇ ਵਿਚਕਾਰ ਜਿਹੜਾ ਡਿਸਪਿਊਟ ਆ ਪਾਣੀ ਨੂੰ ਲੈ ਕੇ ਹਮੇਸ਼ਾ ਹੁੰਦਾ ਰਹਿੰਦਾ। ਤਾਂ ਸੰਵਿਧਾਨ ਦੇ ਵਿੱਚ 262 ਆਰਟੀਕਲ ਦੇ ਅਧੀਨ ਇਹ ਇੰਟਰਸਟੇਟ ਡਿਸਪਿਊਟ ਆਉਂਦੇ ਨੇ, ਜਿਹਦੇ ਅੰਦਰ ਜੇਕਰ ਕੋਈ ਰੌਲਾ ਨਹੀਂ ਨਿਬੜ ਰਿਹਾ ਦੋ ਸਟੇਟਾਂ ਦੇ ਵਿੱਚ ਤਾਂ ਪਾਰਲੀਮੈਂਟ ਕੋਲ ਪਾਵਰ ਹੈਗੀ ਆ ਕਿ ਪਾਰਲੀਮੈਂਟ ਉੱਤੇ ਕਾਨੂੰਨ ਬਣਾ ਕੇ ਉਹ ਰੌਲਾ ਨਿਬੇੜ ਸਕਦੀ ਆ। ਸਿਮਿਲਰਲੀ 263 ਆਰਟੀਕਲ ਦੇ ਅੰਡਰ ਰਾਸ਼ਟਰਪਤੀ ਦੇ ਕੋਲ ਪਾਵਰਾਂ ਹੈਗੀਆਂ ਨੇ ਕਿ ਉਹ ਇੰਟਰਸਟੇਟ ਕੌਂਸਲ ਦਾ ਨਿਰਮਾਣ ਕਰ ਸਕਦੇ ਨੇ, ਅਤੇ ਜਿਹੜਾ ਫੈਸਲਾ ਇੰਟਰਸਟੇਟ ਕੌਂਸਲ ਕਰਦੀ ਆ ਉਹ ਫੈਸਲਾ ਸਟੇਟਾਂ ਨੂੰ ਮੰਨਣਾ ਪੈਂਦਾ। ਅਸੀਂ ਦੇਖਦੇ ਹਾਂ ਇਹ ਤੋਂ ਇਲਾਵਾ ਗੋਦਾਵਰੀ ਦਾ ਵੀ ਰੌਲਾ ਹੈਗਾ ਮਹਾਰਾਸ਼ਟਰ, ਆਂਧਰਾ, ਕਰਨਾਟਕਾ, ਮੱਧ ਪ੍ਰਦੇਸ਼ ਅਤੇ ਉੜੀਸਾ 'ਚ। ਉਸੇ ਤਰ੍ਹਾਂ ਕ੍ਰਿਸ਼ਨਾ, ਨਰਮਦਾ, ਰਾਵੀ ਅਤੇ ਬਿਆਸ ਦਾ ਰੌਲਾ ਪੰਜਾਬ, ਹਰਿਆਣਾ, ਰਾਜਸਥਾਨ 'ਚ। ਕਾਵੇਰੀ ਦਾ, ਕ੍ਰਿਸ਼ਨਾ ਦਾ, ਬੰਸਦਾਰਾ ਦਾ ਅਤੇ ਮਾਇਆ ਦੇਵੀ ਦਾ। ਇੱਕ ਵਾਰੀ ਮਾੜਾ ਜਿਹਾ ਵੀਡੀਓ ਰੋਕ ਕੇ ਇਕੱਲੇ ਨੂੰ ਚੈੱਕ ਕਰ ਲਿਓ ਰੌਲੇ ਕਿਹਦੇ ਵਿੱਚ ਨੇ, ਤਾਂ ਤੁਹਾਨੂੰ ਪਤਾ ਲੱਗ ਜੂਗਾ। ਅੱਗੇ ਚੱਲਦੇ ਸਾਥੀਓ, ਤਿਆਊ ਨਦੀ ਦੇ ਬਾਰੇ ਆ। ਤਿਆਊ ਨਦੀ ਧਿਆਨ ਰੱਖਣਾ ਭਾਰਤ ਅਤੇ ਮਾਇਨਮਾਰ ਦੇ ਵਿੱਚ ਵਹਿੰਦੀ ਆ, ਅਤੇ ਜਿਹੜੀ ਤਿਆਊ ਨਦੀ ਆ ਇਹ ਬਾਊਂਡਰੀ ਬਣਾਉਂਦੀ ਆ ਭਾਰਤ ਅਤੇ ਮਾਇਨਮਾਰ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਇਹ ਜਿਹੜੀ ਹੈਗੀ ਆ ਚੰਪਾਈ ਡਿਸਟ੍ਰਿਕਟ ਆ ਮਿਜ਼ੋਰਮ ਦੇ ਵਿੱਚ, ਉਹਦੇ ਕੋਲ ਦੀ ਲੰਘਦੀ ਆ ਅਤੇ ਅੱਗੇ ਜਾ ਕੇ ਤੁਈਪੁਈ ਨਦੀ ਦੇ ਵਿੱਚ ਜਾ ਕੇ ਮਿਲ ਜਾਂਦੀ ਆ। ਇਹ ਨਿਊਜ਼ ਦੇ ਵਿੱਚ ਤਾਂਹੀਓ ਆ ਕਿਉਂਕਿ ਭਾਰਤ ਨੇ 18 ਦੇ ਵਿੱਚ ਇਹਦਾ ਚੈੱਕ ਪੋਸਟ ਬਣਾਇਆ ਸੀ, ਜਿਹੜਾ ਕਿ ਮਾਇਨਮਾਰ ਤੋਂ ਲੋਕ ਆਉਣਗੇ ਇੰਡੀਆ ਦੇ ਵਿਚਕਾਰ ਤਾਂ ਇੱਥੋਂ ਹੋ ਕੇ ਆਉਂਦੇ ਨੇ, ਤਾਂ ਚੈੱਕ ਪੋਸਟ ਬਣਾਇਆ। ਹੁਣ ਉਹਨੂੰ ਅਪਡੇਟ ਕੀਤਾ ਜਾ ਰਿਹਾ। ਅੱਗੇ ਹੈਗਾ ਅਥਿਰਾਪੱਲੀ ਵਾਟਰਫਾਲ, ਅਥਿਰਾਪੱਲੀ ਝਰਨਾ। ਸਾਥੀਓ ਨਿਊਜ਼ ਦੇ ਵਿਚਕਾਰ ਇਹ ਆ ਕਿਉਂਕਿ ਇਹ ਅਥਿਰਾਪੱਲੀ ਝਰਨਾ ਜਿਹੜਾ ਝਰਨਾ ਡਿੱਗਦਾ ਉਹਦੇ ਥੱਲੇ ਟਰਬਾਈਨ ਲਾਇਆ ਗਿਆ ਜਿਹਦੇ ਰਾਹੀਂ ਬਿਜਲੀ ਪੈਦਾ ਕੀਤੀ ਜਾ ਰਹੀ ਆ। ਜਿਹੜਾ ਇਹ ਅਥਿਰਾਪੱਲੀ ਝਰਨਾ ਕੁਐਸਚਨ ਵੀ ਕਿੱਥੇ ਹੈਗਾ ਤਾਂ ਧਿਆਨ ਰੱਖਣਾ ਕੇਰਲਾ ਦੇ ਵਿੱਚ ਆ। ਅਸੀਂ ਦੇਖਦੇ ਹਾਂ ਕੇਰਲਾ ਸਭ ਤੋਂ ਉੱਚਾ ਝਰਨਾ ਗਾ ਅਤੇ ਇਹਨੂੰ ਨਾਇਗਰਾ ਫਾਲ ਬਹੁਤ ਹੀ ਫੇਮਸ ਨੇ। ਤੁਹਾਡੇ ਵਾਸਤੇ ਕੁਐਸਚਨ ਆ ਕਿ ਨਾਇਗਰਾ ਫਾਲ ਕਿਹੜੇ ਦੇਸ਼ ਦੇ ਵਿੱਚ ਨੇ, ਤਾਂ ਨਾਇਗਰਾ ਆਫ ਇੰਡੀਆ ਇਹਨੂੰ ਕਿਹਾ ਜਾਂਦਾ ਅਥਿਰਾਪੱਲੀ ਵਾਟਰਫਾਲ ਨੂੰ। ਅਸੀਂ ਦੇਖਦੇ ਹਾਂ ਕਿ ਇਹ ਕੇਰਲਾ ਦੇ ਵਿੱਚ ਚਲਾਕੁੜੀ ਨਦੀ ਆ। ਚਲਾਕੁੜੀ ਨਦੀ ਦੇ ਰਾਹੀਂ ਦੁਆਰਾ ਇੱਕ ਅਥਿਰਾਪੱਲੀ ਵਾਟਰਫਾਲ ਬਣਾਇਆ ਗਿਆ। ਚੈੱਕ ਕਰੋ, ਇਹ ਅਥਿਰਾਪੱਲੀ ਵਾਟਰਫਾਲ ਆ ਅਤੇ ਥੱਲੇ ਦੇ ਟਰਬਾਈਨ ਲਾ ਕੇ ਬਿਜਲੀ ਪੈਦਾ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ। ਇਸ ਤੋਂ ਇਲਾਵਾ ਧਿਆਨ ਰੱਖਣਾ ਭਾਰਤ ਦਾ ਸਭ ਤੋਂ ਵੱਡਾ ਝਰਨਾ, ਉੱਚਾ ਝਰਨਾ, ਜੋਗ ਝਰਨਾ ਜਾਂ ਗਰਸੋਪਾ ਝਰਨਾ ਸ਼ਰਾਵਤੀ ਨਦੀ ਦੁਆਰਾ ਬਣਾਇਆ ਗਿਆ, ਕਰਨਾਟਕਾ ਵਿੱਚ ਆ। ਇਹ ਤੋਂ ਇਲਾਵਾ ਭਾਰਤ ਵਿੱਚ ਬਜਰਾਈ ਝਰਨਾ, ਕੁੰਚੀਕਲ ਝਰਨਾ, ਬ੍ਰਿਹੇਪਾਨੀ ਝਰਨਾ, ਨੋਹ ਕਾਲੀਕਾਈ ਝਰਨਾ, ਦੁੱਧ ਸਾਗਰ ਝਰਨਾ। ਬਜਰਾਈ ਸਤਾਰਾ ਮਹਾਰਾਸ਼ਟਰ 'ਚ ਆ, ਕੁੰਚੀਕਲ ਕਰਨਾਟਕਾ 'ਚ ਆ, ਬ੍ਰਾਹੀਪਾਨੀ ਉੜੀਸਾ 'ਚ ਆ, ਨੋਹਕਲੀ ਮੇਘਾਲਿਆ 'ਚ ਆ, ਦੁੱਧ ਸਾਗਰ ਕਰਨਾਟਕਾ ਅਤੇ ਗੋਆ ਦੇ ਬਾਰਡਰ ਸਟੇਟਸ 'ਤੇ ਆਉਂਦਾ। ਅਗਲੀ ਜਿਹੜੀ ਸਾਥੀਓ ਨਿਊਜ਼ ਆ ਉਹ ਹੈਗਾ ਪੰਤਨਲ, ਇੱਕ ਵੈਟਲੈਂਡ ਹੁੰਦੇ ਨੇ ਸਾਥੀਓ। ਵੈਟਲੈਂਡ ਕਿਹਨੂੰ ਕਹਿੰਦੇ ਨੇ? ਉਹ ਥਾਂ ਜਿੱਥੇ ਮੰਨ ਲਾ ਹੋਵੇ ਜ਼ਮੀਨ, ਪਰੰਤੂ ਅਸੀਂ ਕੀ ਹੈ ਪਾਣੀ ਉਹਦੇ 'ਤੇ ਖੜ੍ਹ ਰਿਹਾ ਹੈਗਾ। ਜਿਵੇਂ ਪਿੰਡਾਂ ਦੇ ਟੋਭੇ ਹੁੰਦੇ ਨੇ ਤਾਂ ਵੱਡੇ ਪੱਧਰ 'ਤੇ ਮੰਨ ਲਓ ਸਪੋਜ਼ ਕਰੋ ਕੋਈ ਜਗ੍ਹਾ ਆ ਗਈ ਉਹਦੇ 'ਤੇ ਪਾਣੀ ਖੜ੍ਹਾ ਤਾਂ ਉਹਨੂੰ ਵੈਟਲੈਂਡ, ਵੈਟ ਹੁੰਦਾ ਗਿੱਲਾ, ਲੈਂਡ ਹੁੰਦੀ ਹੈ ਜਗ੍ਹਾ, ਉਹਨੂੰ ਵੈਟਲੈਂਡ ਕਹਿੰਦੇ ਨੇ। ਇਹ ਬਹੁਤ ਹੀ ਵਧੀਆ ਹੁੰਦੇ ਨੇ ਪ੍ਰਦੂਸ਼ਣ ਨੂੰ ਰੋਕਣ ਵਾਸਤੇ, ਕਿਉਂਕਿ ਬਹੁਤ ਸਾਰੀਆਂ ਨਵੀਆਂ ਪ੍ਰਜਾਤੀਆਂ ਉੱਥੇ ਹੁਣ ਜ਼ਮੀਨ ਵੀ ਆ ਅਤੇ ਪਾਣੀ ਵੀ ਆ। ਸਾਨੂੰ ਦੋਵੇਂ ਤਰ੍ਹਾਂ ਦੀਆਂ ਪ੍ਰਜਾਤੀਆਂ, ਪਾਣੀ ਵਾਲੀਆਂ ਵੀ ਅਤੇ ਜ਼ਮੀਨ ਵਾਲੀਆਂ ਵੀ ਨਵੀਆਂ ਦੇਖਣ ਨੂੰ ਮਿਲਦੀਆਂ। ਤਾਂ ਸਾਥੀਓ ਉਹਨੂੰ ਵੈਟਲੈਂਡ ਕਿਹਾ ਜਾਂਦਾ। ਅਸੀਂ ਦੇਖਦੇ ਹਾਂ ਕਿ ਇੱਕ ਵੈਟਲੈਂਡ ਆ ਪੈਨਾਟਨ ਵੈਟਲੈਂਡ, ਇਹ ਬਹੁਤ ਹੀ ਵੱਡਾ ਵੈਟਲੈਂਡ ਸੀ ਅਤੇ ਸਾਥੀਓ ਬ੍ਰਾਜ਼ੀਲ ਦੇ ਵਿੱਚ ਸੀ, ਪਰੰਤੂ ਇਹਦੇ ਵਿੱਚ ਅੱਗ ਲੱਗ ਗਈ। ਅੱਗ ਲੱਗ ਕੇ 12% ਜਿਹੜੀ ਬਨਸਪਤੀ ਸੀਗੀ ਉਹ ਖਤਮ ਹੋ ਗਈ, ਤਾਂ ਕਰਕੇ ਇਹ ਨਿਊਜ਼ ਦੇ ਵਿੱਚ ਆ ਸਾਥੀਓ। ਜਿਹੜਾ ਇਹ ਵੈਟਲੈਂਡ ਆ ਤੁਹਾਨੂੰ ਪਤਾ ਕਿ ਬ੍ਰਾਜ਼ੀਲ ਦੇ ਵਿੱਚ ਸਾਨੂੰ ਕੀ ਆ ਐਮੇਜ਼ੋਨ ਜੰਗਲ ਵੀ ਦੇਖਣ ਨੂੰ ਮਿਲਦੇ ਨੇ। ਆਹ ਬ੍ਰਾਜ਼ੀਲ ਦਾ ਮੈਪ ਆ, ਆਹ ਹੇਠਾਂ ਜਿਹੜਾ ਬਣਾਇਆ ਹੋਇਆ ਪੈਨਾਟਲ ਆ,
ਤਾਂ ਜਿਹੜਾ ਇਹ ਪੈਨਟਲ ਵੈਟਲੈਂਡ ਹੈ ਬੋਲੀਵੀਆ ਅਤੇ ਪੈਰਾਗੋਏ 2 ਦੇਸ਼ ਨੇ ਉਹਨਾਂ ਨਾਲ ਵੀ ਸਾਂਝਾ ਸੀ। ਪਰ ਜਿਹੜਾ ਮੇਨ ਦੇਸ਼ 'ਚ ਬ੍ਰਾਜ਼ੀਲ ਹੀ ਆਉਂਦਾ। ਬ੍ਰਾਜ਼ੀਲ ਦੀ ਰਾਜਧਾਨੀ ਸਾਥੀਓ ਬ੍ਰਾਜ਼ੀਲੀਆ, ਧਿਆਨ ਰੱਖਣਾ ਇਹ ਗੱਲ। ਅਤੇ ਅਸੀਂ ਦੇਖਦੇ ਹਾਂ ਕਿ ਉਹ ਉੱਪਰਲੇ ਪਾਸੇ ਐਮੇਜ਼ੋਨ ਦੇ ਸਾਨੂੰ ਸਾਥੀਓ ਅਸੀਂ ਦੇਖਦੇ ਹਾਂ ਕਿ ਜਿਹੜੇ ਸਾਨੂੰ ਆਹ ਐਮੇਜ਼ੋਨ ਦੇ ਜੰਗਲ ਨੇ ਉਹ ਬ੍ਰਾਜ਼ੀਲ 'ਚ ਦੇਖਣ ਨੂੰ ਮਿਲਦੇ ਨੇ। ਅਤੇ ਇਹਨਾਂ ਨੂੰ ਦੁਨੀਆ ਦੇ ਧਰਤੀ ਦੇ ਫੇਫੜੇ ਵੀ ਕਿਹਾ ਜਾਂਦਾ, ਕਿਉਂਕਿ 20% ਜਿਹੜੀ ਆਕਸੀਜਨ ਆ ਸਿਰਫ ਆ ਬ੍ਰਾਜ਼ੀਲ ਦੇ ਜੰਗਲਾਂ 'ਚੋਂ ਸਾਨੂੰ ਦੇਖਣ ਨੂੰ ਮਿਲਦੀ ਹੈ। ਪਰੰਤੂ ਇਹ ਵੀ ਦਿਨੋਂ ਦਿਨ ਘੱਟ ਰਹੇ ਨੇ, ਜਿਹਦੇ ਕਰਕੇ ਪੋਲਿਊਸ਼ਨ ਜ਼ਿਆਦਾ ਵੱਧ ਰਿਹਾ। ਅੱਗੇ ਚੱਲਦੇ ਸਾਥੀਓ, ਗੱਲ ਕਰਦੇ ਹਾਂ ਰੀਯੂਨੀਅਨ ਆਈਲੈਂਡ ਦੀ। ਅਸੀਂ ਦੇਖਦੇ ਹਾਂ ਕਿ ਭਾਰਤ ਅਤੇ ਫਰਾਂਸ ਨੇ ਇਕੱਠਿਆਂ ਮਿਲ ਕੇ ਰੀਯੂਨੀਅਨ ਆਈਲੈਂਡ ਦੇ ਵਿੱਚ ਪਹਿਲੀ ਵਾਰ ਇਕੱਠਿਆਂ ਇੱਕ ਮਿਲਟਰੀ ਐਕਸਰਸਾਈਜ਼ ਕੀਤੀ ਆ। ਤਾਂ ਇਹ ਤੋਂ ਜਿਹੜੇ ਸਾਡੇ ਸੰਬੰਧ ਨੇ ਭਾਰਤ ਅਤੇ ਫਰਾਂਸ ਦੇ, ਉਹਨਾਂ ਬਾਰੇ ਵੀ ਪਤਾ ਲੱਗਦਾ। ਗੱਲ ਕਰੀਏ ਰੀਯੂਨੀਅਨ ਆਈਲੈਂਡ ਦੀ ਸਾਥੀਓ, ਆਹ ਦੇਖੋ ਮੈਪ ਦੇ ਵਿੱਚ ਅਫਰੀਕਾ ਮਹਾਂਦੀਪ, ਭਾਰਤ ਆਪਣਾ ਨਾਲ ਹੀ ਆ, ਬਿਲਕੁਲ ਨਾਲ ਹੀ ਭਾਰਤ ਆ ਜਾਂਦਾ। ਭਾਰਤ ਦੇ ਹੇਠਾਂ ਕੇਰਲਾ ਦੇ ਕੋਲੇ ਸਾਥੀਓ ਆਹ ਉਰਲੇ ਪਾਸੇ ਕੀ ਹੈਗਾ, ਅਸੀਂ ਦੇਖਦੇ ਹਾਂ ਭਾਰਤ ਦੇ ਉਰਲੇ ਪਾਸੇ ਮੌਰੀਸ਼ੀਅਸ ਕੋਲੇ ਮੌਰੀਸ਼ੀਅਸ ਆਉਂਦਾ, ਅਤੇ ਮੌਰੀਸ਼ੀਅਸ ਦੇ ਨਾਲ ਹੀ ਮੈਡੇਗਾਸਕਰ ਟਾਪੂ ਆਉਂਦਾ। ਪਹਿਲਾਂ ਜਿਹੜਾ ਮੈਡੇਗਾਸਕਰ ਸਾਥੀਓ ਇਹ ਅਫਰੀਕਾ ਦਾ ਭਾਗ ਹੁੰਦਾ ਸੀ, ਪਰੰਤੂ ਟੁੱਟ ਗਿਆ, ਮੈਡੇਗਾਸਕਰ ਵੱਖਰਾ ਹੋ ਗਿਆ। ਅਤੇ ਮੈਡੇਗਾਸਕਰ ਦੇ ਨਾਲ ਹੀ ਦੇਖੋ ਰੀਯੂਨੀਅਨ ਆਈਲੈਂਡ ਆ। ਅਤੇ ਖਾਸ ਗੱਲ ਇਹ ਹੈ ਸਾਥੀਓ, ਇਹ ਰੀਯੂਨੀਅਨ 'ਤੇ ਅੱਜ ਵੀ ਫਰਾਂਸ ਦਾ ਕਬਜ਼ਾ। ਪੁਰਾਣੇ ਸਮੇਂ 'ਚ ਫਰਾਂਸ ਦੇ ਅਧੀਨ ਸੀ, ਅੱਜ ਵੀ ਇੱਥੇ ਇਹ ਜਿਵੇਂ ਭਾਰਤ ਅੰਗਰੇਜ਼ਾਂ ਦੇ ਗੁਲਾਮ ਸੀ ਨਾ, ਅੱਜ ਵੀ ਰੀਯੂਨੀਅਨ ਕਿਹਦਾ ਗੁਲਾਮ ਆ? ਫਰਾਂਸ ਦਾ ਗੁਲਾਮ ਆ ਸਾਥੀਓ। ਤਾਂ ਵਾਰ-ਵਾਰ ਦੇ ਵਿੱਚ ਇੱਥੇ ਫਰਾਂਸ ਦੁਆਰਾ ਮਿਲਟਰੀ ਐਕਸਰਸਾਈਜ਼ਾਂ ਕੀਤੀਆਂ ਜਾਂਦੀਆਂ ਨੇ। ਇਸ ਵਾਰੀ ਭਾਰਤ ਨੇ ਵੀ ਉਹ ਮਿਲਟਰੀ ਐਕਸਰਸਾਈਜ਼ 'ਚ ਪਾਰਟੀਸਪੇਟ ਕੀਤਾ ਸੀ। ਇਹ ਸਾਰਾ ਸਾਥੀਓ ਜਿਹੜਾ ਮੈਡੇਗਾਸਕਰ ਆ, ਸੈਸ਼ਲਜ਼ ਆ, ਮੌਰੀਸ਼ੀਅਸ ਆ, ਇਹ ਸਾਰੇ ਇੰਡੀਅਨ ਓਸ਼ਨ ਦਾ ਭਾਗ ਨੇ। ਅੱਗੇ ਚੱਲਦੇ ਸਾਥੀਓ, ਕੋਰਲ ਆਈਲੈਂਡ ਨੇ, ਕੋਰਲ ਟਾਪੂ ਨੇ। ਇਹਨਾਂ ਦੇ ਵਿੱਚ ਬਹੁਤੀ ਭਿਆਨਕ 7.5 ਮੈਗਨੀਟਿਊਡ ਦਾ ਭੂਚਾਲ ਆਇਆ ਸੀ, ਜਿਹਦੇ ਕਰਕੇ ਇੱਥੇ ਸੁਨਾਮੀ ਪੈਦਾ ਹੋਣ ਦੀਆਂ ਖਬਰਾਂ ਆਈਆਂ ਸੀ। ਜੇ ਆਪਾਂ ਗੱਲ ਕਰੀਏ ਕੋਰਲ ਆਈਲੈਂਡ ਦੀ, ਤਾਂ ਅਸੀਂ ਦੇਖਦੇ ਹਾਂ ਕਿ ਆਹ ਦੇਖੋ ਮੈਪ, ਰਸ਼ੀਆ ਅਤੇ ਜਪਾਨ। ਅਸਲ ਵਿੱਚ ਜਿਹੜੇ ਕੋਰਲ ਆਈਲੈਂਡ ਨੇ ਰਸ਼ੀਆ ਦਾ ਭਾਗ ਨੇ, ਪਰੰਤੂ ਬਿਲਕੁਲ ਰਸ਼ੀਆ ਅਤੇ ਜਪਾਨ ਨਾਲ ਨਾਲ ਲੱਗਦੇ ਨੇ। ਜਿਹੜਾ ਹਰਾ ਜਿਹਾ ਇਹ ਚਾਈਨਾ ਸਾਥੀਓ, ਜਿਹੜਾ ਸਾਈਡ 'ਤੇ ਨਿੱਕੇ ਨਿੱਕੇ ਜਿਹੇ ਨੇ ਜਪਾਨ, ਉੱਪਰਲੇ ਪਾਸੇ ਰੂਸ ਆ ਗਿਆ। ਤਾਂ ਰੂਸ, ਚਾਈਨਾ, ਜਪਾਨ ਬਿਲਕੁਲ ਨਾਲ ਨਾਲ ਲੱਗਦੇ ਨੇ। ਰਸ਼ੀਆ ਅਤੇ ਜਪਾਨ ਦੇ ਵਿੱਚ ਕੋਰਲ ਆਈਲੈਂਡ ਸਾਨੂੰ ਦੇਖਣ ਨੂੰ ਮਿਲਦੇ ਨੇ। ਅੱਗੇ ਹੈਗਾ ਸਾਥੀਓ ਕੱਚਾ ਥੀਵੂ ਆਈਲੈਂਡ। ਕੱਚਾ ਥੀਵੂ ਆਈਲੈਂਡ ਸਾਥੀਓ ਅਸੀਂ ਦੇਖਦੇ ਹਾਂ ਕਿ ਜਿਹੜਾ ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਪਾਣੀ ਆ ਨਾ, ਇੱਕ ਰਾਹ ਲੰਘਦਾ, ਆਹ ਫੋਟੋ ਦੇਖੋ, ਭਾਰਤ ਅਤੇ ਸ਼੍ਰੀਲੰਕਾ ਦੇ ਵਿੱਚ ਰਾਹ ਗਾ, ਉਹਨੂੰ ਪਾਕ ਸਟ੍ਰੇਟ ਕਿਹਾ ਜਾਂਦਾ। ਪਾਕ ਸਟ੍ਰੇਟ ਦੇ ਵਿੱਚ ਇੱਕ ਜਗ੍ਹਾ ਆਉਂਦੀ ਆ ਕੱਚਾ ਤੀਵੂ, ਇੱਕ ਛੋਟਾ ਜਿਹਾ ਆਈਲੈਂਡ ਆ ਕੱਚਾ ਤੀਵੂ ਆਈਲੈਂਡ। ਇਹ ਨਿਊਜ਼ ਦੇ ਵਿੱਚ ਰਿਹਾ ਸੀ ਕਿਉਂਕਿ ਸ਼੍ਰੀਲੰਕਾ ਨੇ ਸਾਡੇ ਮਛੁਆਰੇ ਫੜ ਲਏ ਸੀ ਇਹ ਤੋਂ, ਕਿਉਂਕਿ 76 ਦੇ ਵਿੱਚ ਕ੍ਰਿਸ ਸਮਝੌਤਾ ਕੀਤਾ ਸੀ, ਜਿਹਦੇ ਵਿੱਚ ਕੱਚਾ ਤੀਵੂ ਜਿਹੜਾ ਆਈਲੈਂਡ ਆ ਅਸੀਂ ਕਿਹਨੂੰ ਦੇਤਾ ਸੀਗਾ? ਸ਼੍ਰੀਲੰਕਾ ਨੂੰ ਦੇਤਾ ਸੀਗਾ। ਅਤੇ ਨਾਲ ਨਾਲ ਦੇ ਵਿੱਚ ਵੀ ਸ਼੍ਰੀਲੰਕਾ ਦੇ ਮਛੁਆਰੇ ਨੇ ਉੱਥੋਂ ਮੱਛੀਆਂ ਫੜ ਸਕਦੇ ਨੇ। ਪਰ ਰੀਸੈਂਟ ਦੇ ਵਿੱਚ ਹੁਣ ਭਾਰਤੀ ਮਛੁਆਰੇ ਫੜੇ ਗਏ ਨੇ, ਤਾਂ ਕਰਕੇ ਕੇਰਲਾ ਦੇ ਵਿੱਚ ਲੋਕ ਇਹਦਾ ਵਿਰੋਧ ਕਰ ਰਹੇ ਨੇ ਵੀ ਤੁਸੀਂ ਉਸ ਟਾਈਮ 'ਤੇ ਕਿਉਂ ਦਿੱਤਾ ਸੀ। ਕੱਚਾ ਤੀਵੂ ਆਈਲੈਂਡ ਯਾਦ ਰੱਖਣਾ, ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਆਉਂਦਾ, ਪਾਕ ਸਟੇਟ ਦੇ ਵਿੱਚ। ਅੱਗੇ ਸਾਥੀਓ ਇੱਕ ਨਿਊਜ਼ 'ਚ ਕਰੀਟ ਆਈਲੈਂਡ। ਸਾਥੀਓ ਜਿਹੜਾ ਕਰੀਟ ਆਈਲੈਂਡ ਆ ਨਾ, ਇਹ ਰੌਲਾ ਗਾ ਤੁਰਕੀ ਅਤੇ ਗਰੀਸ ਦਾ। ਅਸੀਂ ਦੇਖਦੇ ਹਾਂ ਕਿ ਅਸਲ ਵਿੱਚ ਤਾਂ ਜਿਹੜਾ ਕਰੀਟ ਆਈਲੈਂਡ ਆ ਚੈੱਕ ਕਰੋ ਮੈਪ ਦੇ ਵਿੱਚ, ਸੀ ਆਫ ਕਰੀਟ ਹੇਠਾਂ ਜੇ, ਅਤੇ ਉਹਦੇ ਕੋਲ ਦੇਖੋ ਕਰੀਟ, ਤੁਰਕੀ ਦੇਖੋ ਕਿੱਥੇ ਆ ਅਤੇ ਗਰੀਸ ਕਿੱਥੇ ਆ। ਇਹ ਨਾ ਜਿੱਥੇ ਆਪਣਾ ਭੂ-ਮੱਧ ਸਾਗਰ ਆਉਂਦਾ ਨਾ, ਉਹਦੇ ਵਿੱਚ ਇੱਕ ਸਾਗਰ ਆ ਏਜਨ ਸੀ। ਤਾਂ ਏਜਨ ਜਿਹੜਾ ਸੀ ਆ ਉਹਦੇ ਵਿੱਚ ਦੈਟ ਇਜ਼ ਕੀ ਆ, ਗਰੀਸ ਅਤੇ ਤੁਰਕੀ ਦੇਸ਼ ਰਹਿੰਦੇ ਨੇ। ਤਾਂ ਉਹ 'ਚ ਇੱਕ ਕਰੀਟ ਆਈਲੈਂਡ ਆ। ਇਹ ਕਰੀਟ ਆਈਲੈਂਡ ਅਸਲ ਵਿੱਚ ਗਰੀਸ ਦਾ ਭਾਗ ਆ, ਪਰੰਤੂ ਤੁਰਕੀ ਕਾਫੀ ਸਮੇਂ ਤੋਂ ਇਹਨੂੰ ਆਪਣਾ ਦੱਸ ਰਿਹਾ, ਕਿਉਂਕਿ ਅਸੀਂ ਦੇਖਦੇ ਹਾਂ ਕਿ ਇਹਦੇ ਕੋਲ ਕਾਫੀ ਜ਼ਿਆਦਾ ਪੈਟਰੋਲ ਅਤੇ ਖਣਿਜ ਪਦਾਰਥ ਨੇ, ਜਿਹੜਾ ਨਾਲ ਸਮੁੰਦਰ ਲੱਗਦਾ ਇਹਦੇ। ਤਾਂ ਤੁਰਕੀ ਨੇ ਇੱਕ ਸਪੈਸ਼ਲ ਫੌਜ ਭੇਜੀ, ਮਤਲਬ ਕਿ ਮਿਲਟਰੀ ਐਕਸਰਸਾਈਜ਼ ਕੀਤੀ ਇਹਦੇ ਨੇੜੇ, ਜਿਹਦੇ ਕਰਕੇ ਗਰੀਸ ਅਤੇ ਤੁਰਕੀ ਦੇ ਵਿੱਚ ਜਿਹੜੇ ਸੰਬੰਧ ਨੇ ਉਹ ਕੀ ਖਰਾਬ ਹੋ ਗਏ ਸੀ ਆਫ ਕਰੀਟ ਨੂੰ ਲੈ ਕੇ। ਅੱਗੇ ਚੱਲਦੇ ਸਾਥੀਓ ਤਾਇਵਾਨ ਸਟੇਟ। ਤਾਇਵਾਨ ਸਟੇਟ ਨੂੰ ਫਰਮੋਸਾ ਸਟੇਟ ਵੀ ਕਿਹਾ ਜਾਂਦਾ। ਹੇਠਾਂ ਦੇਖੋਗੇ ਉਹ ਚਾਈਨਾ ਆ ਗਿਆ ਅਤੇ ਉਰਲੇ ਪਾਸੇ ਤਾਇਵਾਨ ਆ ਗਿਆ। ਫੋਟੋ ਦੇ ਵਿੱਚ ਚਾਈਨਾ ਅਤੇ ਤਾਇਵਾਨ ਦੇ ਵਿੱਚ ਇੱਕ ਪਾਣੀ ਆਗਾ, ਉਹਨੂੰ ਤਾਇਵਾਨ ਸਟੇਟ ਕਹਿੰਦੇ ਨੇ, ਇਹਨੂੰ ਫਾਰਮੋਸਾ ਸਟੇਟ ਵੀ ਕਿਹਾ ਜਾਂਦਾ।
ਅਸਲ ਵਿੱਚ ਤਾਇਵਾਨ ਦੇ ਲੋਕ ਪੁਰਾਣੇ ਸਮੇਂ ਦੇ ਵਿਚਕਾਰ ਪਹਿਲਾਂ ਚਾਈਨਾ ਦਾ ਭਾਗ ਨਹੀਂ ਸੀ ਹੁੰਦੇ, ਪਰੰਤੂ ਚਾਈਨਾ ਇਹਨਾਂ ਨੂੰ ਹਜੇ ਆਪਣਾ ਭਾਗ ਦੱਸਦਾ ਅਤੇ ਚਾਈਨਾ ਵਨ ਚਾਈਨਾ ਪੋਲਿਸੀ ਵੀ ਇਹਦੇ ਨਾਲ ਅਟੈਚ ਆ ਕਿ ਤਾਈਵਾਨ ਸਾਡਾ ਹੈਗਾ, ਪਰੰਤੂ ਤਾਈਵਾਨ ਕਹਿੰਦਾ ਕਿ ਨਹੀਂ, ਅਸੀਂ ਚਾਈਨਾ ਦੇ ਭਾਗ ਨਹੀਂ ਹੈਗੇ, ਅਸੀਂ ਵੱਖਰੇ ਤੋਂ ਇੱਕ ਹੀ ਦੇਸ਼ ਆ। ਤਾਂ ਕਰਕੇ ਚਾਈਨਾ ਅਤੇ ਤਾਈਵਾਨ 'ਚ ਹਮੇਸ਼ਾ ਰੌਲਾ ਰਹਿੰਦਾ। ਸਾਥੀਓ, ਆਹ ਗੱਲ ਇੰਪੋਰਟੈਂਟ ਆ। ਇਸਰੋ ਨੇ ਇੱਕ ਨਵਾਂ ਟੋਆ ਕਰੈਟਰ ਕਹਿੰਦੇ ਨੇ ਉਹਨੂੰ ਲੱਭਿਆ ਹੈਗਾ। ਜਵਾਲਾਮੁਖੀ ਜਦੋਂ ਫਟਦਾ ਨਾ ਤਾਂ ਜਿਹੜਾ ਉਹਦੇ ਦੁਆਰਾ ਟੋਆ ਬਣਦਾ ਹੈਗਾ ਉਹਨੂੰ ਕਰੈਟਰ ਕਿਹਾ ਜਾਂਦਾ। ਤਾਂ ਚੰਦਰਮਾ 'ਤੇ ਇੱਕ ਕਰੈਟਰ ਦੀ ਖੋਜ ਹੋਈ ਆ, ਉਹਨੂੰ ਆਪਣਾ ਜਿਹੜਾ ਆਪਾਂ ਚੰਦਰਯਾਨ ਭੇਜਿਆ ਸੀਗਾ ਉਹਦੇ ਦੁਆਰਾ ਲੱਭਿਆ ਗਿਆ। ਤਾਂ ਕਰਕੇ ਜਿਹੜਾ ਨਵਾਂ ਕਰੈਟਰ ਲੱਭਿਆ ਉਹਦਾ ਨਾਮ ਸਾਰਾਬਾਈ ਕਰੈਟਰ ਰੱਖਿਆ ਗਿਆ। ਬਹੁਤ ਹੀ ਇੰਪੋਰਟੈਂਟ ਗੱਲ ਆ। ਜਿਹੜੇ ਸਾਰਾਬਾਈ ਕਰੈਟਰ ਆ ਇਹ ਅਪੋਲੋ 17 ਅਤੇ ਲੂਨਾ 21 ਇਹ ਮਿਸ਼ਨ ਨੇ ਅਮਰੀਕਾ ਦੇ, ਜਿੱਥੇ ਉਹ ਉੱਥੇ ਲੈਂਡ ਹੋਏ ਸੀ, ਜਿੱਥੇ ਆਪਾਂ ਕਹਿੰਦੇ ਵੀ ਨੀਲ ਆਰਮਸਟਰੋਂਗ ਗਿਆ ਸੀ, ਉਹ ਤੋਂ ਜਸਟ 250 ਕਿਲੋਮੀਟਰ ਦੂਰ ਆ। ਇਹ ਜਿਹੜਾ ਇਹ ਟੋਆ ਇਹ ਅਰਾਊਂਡ 1.7 ਕਿਲੋਮੀਟਰ ਕੀ ਹੈਗਾ ਡੂੰਘਾ ਹੈਗਾ। ਅੱਗੇ ਚੱਲਦੇ ਸਾਥੀਓ, ਸੈਨਕਾਕੂ ਆਈਲੈਂਡਸ ਨੇ। ਸੈਨਕਾਕੂ ਆਈਲੈਂਡਸ ਮੈਪ ਦੇਖੋ, ਇੱਧਰੋਂ ਚੀਨ, ਫਿਰ ਤਾਈਵਾਨ, ਉੱਪਰ ਜਾਪਾਨ। ਆਹ ਸਾਥੀਓ ਮੈਪ ਦੇਖਣਾ, ਚਾਈਨਾ, ਤਾਈਵਾਨ, ਜਾਪਾਨ ਅਤੇ ਨਾਰਥ ਕੋਰੀਆ, ਸਾਊਥ ਕੋਰੀਆ। ਵੀਡੀਓ ਸਟਾਪ ਕਰਕੇ ਮੈਪ ਜ਼ਰੂਰ ਦੇਖਿਆ ਕਰੋ, ਮੈਪ ਦੇਖਣ ਨਾਲ ਹੀ ਤੁਹਾਨੂੰ ਪਤਾ ਲੱਗੂ ਗੱਲਾਂ ਬਾਤਾਂ ਦਾ। ਤਾਂ ਇਹਦੇ ਵਿੱਚ ਇੱਕ ਸੈਨਕਾਕੂ ਆਈਲੈਂਡਸ ਨੇ। ਅਸਲ ਮੇਂ ਰੌਲਾ ਇਹ ਆ ਕਿ ਤਿੰਨੇ ਦੇਸ਼ ਹੀ, ਚਾਈਨਾ ਕਹਿੰਦਾ ਇਹ ਸਾਡੇ ਨੇ, ਤਾਈਵਾਨ ਕਹਿੰਦਾ ਇਹ ਸਾਡੇ ਨੇ, ਅਤੇ ਜਾਪਾਨ ਕਹਿੰਦਾ ਸਾਡੇ ਨੇ। ਤਾਂ ਹਮੇਸ਼ਾ ਸਮੇਂ 'ਤੇ ਇਹਨਾਂ ਸੈਨਕਾਕੂ ਆਈਲੈਂਡਸ ਦੇ ਲਈ ਰੌਲਾ ਬਦਲਦਾ ਰਹਿੰਦਾ। ਤਾਂ ਹੁਣ ਇਹ ਰੌਲਾ ਇਹ ਸੀ ਕਿ ਜਾਪਾਨ ਨੇ ਇਹਦਾ ਨਾਮ ਬਦਲ ਕੇ ਇੱਕ ਨਵਾਂ ਨਾਂ ਰੱਖਿਆ। ਤੁਹਾਨੂੰ ਨਾਮਾਂ 'ਚ ਪੈਣ ਦੀ ਕੋਈ ਲੋੜ ਨਹੀਂ, ਤਾਂ ਨਾਮ ਬਦਲਿਆ, ਜਿਹਦੇ ਕਰਕੇ ਚਾਈਨਾ ਅਗੇਂਸਟ ਬੋਲਿਆ ਵੀ ਸਾਡੇ ਆਈਲੈਂਡ ਸੀ, ਤੁਸੀਂ ਉਹਦਾ ਨਾਮ ਕਿਵੇਂ ਬਦਲਤਾ, ਵਗੈਰਾ ਵਗੈਰਾ। ਇਹ ਰੌਲਾ ਚੱਲਦਾ ਰਹਿੰਦਾ। ਸੈਨਕਾਕੂ ਆਈਲੈਂਡ ਯਾਦ ਰੱਖਣਾ। ਸਿਮਿਲਰਲੀ ਇੱਕ ਤੀਤੂ ਆਈਲੈਂਡ ਆ। ਤੀਤੂ ਆਈਲੈਂਡ ਵੀ ਇਹੀ ਰੌਲਾ ਗਾ, ਜਿਵੇਂ ਸੈਨਕਾਕੂ ਆਈਲੈਂਡ ਨੇ ਉਵੇਂ ਤੀਤੂ ਆਈਲੈਂਡ ਦਾ ਵੀ ਰੌਲਾ ਹੀ ਚੱਲਦਾ ਰਹਿੰਦਾ। ਇਹ ਫਿਲੀਪੀਨ ਦਾ ਭਾਗ ਆ, ਪਰੰਤੂ ਚਾਈਨਾ ਇਹਨੂੰ ਆਪਣਾ ਦੱਸ ਰਿਹਾ। ਜਿਹੜਾ ਬਿੰਦੀਆਂ ਦਿਖਾਈਆਂ ਗਈਆਂ ਨੇ ਇਹ ਤੀਤੂ ਆਈਲੈਂਡ ਆ, ਪਰੰਤੂ ਚਾਈਨਾ ਇਹਦੇ ਨੇੜੇ ਜਾ ਕੇ ਮੱਛੀਆਂ ਵੀ ਫੜਦਾ ਵੱਡੇ ਪੱਧਰ ਦੇ ਵਿੱਚ। ਤਾਂ ਕਰਕੇ ਫਿਲੀਪੀਨ ਅਤੇ ਚਾਈਨਾ ਦੇ ਵਿੱਚ ਰੌਲਾ ਤੀਤੂ ਆਈਲੈਂਡ ਦਾ। ਗਲਵਾਨ ਨਦੀ ਸਾਥੀਓ, ਤੁਸੀਂ ਸੁਣਿਆ ਹੋਊ ਇਹਦੇ ਬਾਰੇ। ਤਾਂ ਪਿਛਲੇ ਸਾਲ ਹੀ ਅਸੀਂ ਦੇਖਦੇ ਹਾਂ ਕਿ ਸਕਾਈ ਚੀਨ ਦੇ ਕੋਲ ਭਾਰਤੀ ਅਤੇ ਚੀਨੀ ਫੌਜੀਆਂ ਝੜਪ ਹੋਈ ਸੀ, ਜਿਹਦੇ ਵਿੱਚ ਚਾਈਨਾ ਦੇ ਵੀ ਅਤੇ ਭਾਰਤੀ ਫੌਜੀ ਕਾਫੀ ਵੱਡੇ ਪੱਧਰ ਸ਼ਹੀਦ ਹੋ ਗਏ ਸੀ। ਤਾਂ ਉਹ ਜਿਹੜਾ ਸਾਰਾ ਕੁਝ ਹੋਇਆ ਸੀ ਉਹ ਗਲਵਾਨ ਨਦੀ ਸੀਗੀ, ਉਹਦੇ ਨੇੜੇ ਤੇੜੇ ਇਹ ਸਾਰਾ ਕੁਝ ਹੋਇਆ। ਗਲਵਾਨ ਨਦੀ ਬਿਲਕੁਲ LAC ਲਾਈਨ ਆਫ ਐਕਚੁਅਲ ਕੰਟਰੋਲ ਉਹਦੇ ਕੋਲ ਦੀ ਵਗਦੀ ਆ। ਅਸੀਂ ਦੇਖਦੇ ਹਾਂ ਕਿ ਜਿਹੜੀ ਇਹ ਨਦੀ ਦਾ ਪਰਲਾ ਪਾਸਾ ਉੱਥੇ ਜਾ ਕੇ ਜ਼ਿੰਗਜ਼ਿਆਂਗ ਉਈਗਰ ਆਟੋਨੋਮਸ ਰੀਜਨ ਆਉਂਦਾ। ਭਾਵ ਆਪਣਾ ਦਾ ਕੀ ਆ ਕਿ ਲਦਾਖ ਆ ਗਿਆ, ਉਹਨਾਂ ਦਾ ਜ਼ਿੰਗਜ਼ਿਆਂਗ ਉਈਗਰ ਆਟੋਨੋਮਸ ਰੀਜਨ ਆਉਂਦਾ ਗਾ। ਅਤੇ ਅਸੀਂ ਦੇਖਦੇ ਹਾਂ ਕਿ ਲੰਮੇ ਸਮੇਂ ਤੋਂ ਹੀ ਚਾਈਨਾ ਇਹਦੇ ਨਾਲ ਨੂੰ ਜ਼ਿੰਗਜ਼ਿਆਂਗ ਤਿੱਬਤ ਰੋਡ ਬਣਾ ਰਿਹਾ ਅਤੇ ਆਪਣਾ ਜਿਹੜਾ ਪ੍ਰੋਜੈਕਟ ਹੈ ਇਨਫਰਾਸਟਰਕਚਰ ਆ ਬਹੁਤ ਜ਼ਿਆਦਾ ਮਜ਼ਬੂਤ ਕਰ ਰਿਹਾ। ਤੁਸੀਂ ਦੇਖੋਗੇ ਤਾਂ ਉਹ LAC ਦੀ ਲਾਈਨ ਆ, ਇੱਧਰੋਂ ਗਲਵਾਨ ਨਦੀ ਜਾ ਰਹੀ ਆ। ਤਾਂ ਆਹ ਜਗ੍ਹਾ 'ਤੇ ਵਿਚਕਾਰ ਜਿੱਥੇ ਪੁਆਇੰਟ ਆ ਨੀਲੀ ਅਤੇ LAC ਮਿਲ ਰਹੀਆਂ, ਇੱਥੇ ਜਾ ਕੇ ਝੜਪ ਹੋ ਗਈ ਸੀ। ਤਾਂ ਕਰਕੇ ਇਹ ਵਾਰ ਨਿਊਜ਼ 'ਚ ਆਉਂਦਾ। ਆਹ ਅਸ਼ੋਕ ਨਦੀ ਆ, ਇਹ ਤੋਂ ਬਾਅਦ ਜੰਮੂ ਕਸ਼ਮੀਰ 'ਚ ਵਹਿੰਦੀ ਹੈ ਵੱਡੇ ਪੱਧਰ 'ਤੇ। ਅਤੇ ਭਾਰਤ ਵਾਲੇ ਜਿਹੜੇ ਆ ਹੈਗੇ ਨੇ ਆਪਣੇ ਇੰਡੀਅਨਸ, ਕਾਲੀ ਜਿਹੜੀ ਲੈਨ ਆ ਇੱਥੋਂ ਆਪਣਾ ਰੋਡ ਕੀ ਬਣਾ ਰਹੇ ਨੇ। ਪਰੀਪਤ ਰਿਵਰ ਅਸੀਂ ਦੇਖਦੇ ਹਾਂ ਕਿ ਜਿਹੜੀ ਇਹ ਪਰੀਪਤ ਰਿਵਰ ਆ ਇਹ ਬਹੁਤ ਹੀ ਇੱਕ ਨਾ ਫੰਡ ਬਣਿਆ ਹੋਇਆ, ਵਰਲਡ ਵਾਈਡ ਫੰਡ। ਇੱਕ ਇਹ ਵਾਤਾਵਰਨ ਨੂੰ ਬਚਾਉਣ ਵਾਸਤੇ ਕੰਮ ਕਰਦਾ। ਤਾਂ ਇਹਨੇ ਕਿਹਾ ਕਿ ਬਹੁਤ ਛੇਤੀ ਜਿਹੜੀ ਪਰੀਪਤ ਰਿਵਰ ਆ ਇਹ ਸੁੱਕ ਜਾਊਗੀ, ਜਿਹਦੇ ਨਾਲ 28 ਮਿਲੀਅਨ, 1 ਮਿਲੀਅਨ 'ਚ 10 ਲੱਖ ਲੋਕ ਹੁੰਦੇ ਨੇ, 28 ਮਿਲੀਅਨ ਲੋਕ ਜਿਹੜੇ ਯੂਕਰੇਨ 'ਚ ਰਹਿੰਦੇ ਨੇ ਉਹ ਯੂਕਰੇਨ ਦੇ ਲੋਕਾਂ ਨੂੰ ਛੱਡਣਾ ਪਊਗਾ। ਯੂਕਰੇਨ ਛੱਡਣਾ ਪਊਗਾ ਕਿ ਉੱਥੇ ਭੁੱਖਮਰੀ ਆ ਜਾਊਗੀ। ਤਾਂ ਪਰੀਪਤ ਨਿਊਜ਼ ਤਾਂਹੀਓ ਵਾਰ ਦੇ ਵਿਚਕਾਰ ਨਿਊਜ਼ 'ਚ ਆ, ਕਿਉਂਕਿ ਇੱਕ ਨਾ ਇਹਨਾਂ ਦੁਆਰਾ ਕੀ ਆ ਇੱਕ E40 ਪ੍ਰੋਜੈਕਟ ਚਲਾਇਆ ਗਿਆ ਯੂਕਰੇਨ ਅਤੇ ਬੇਲਾਰੂਸ ਦੁਆਰਾ, ਤਾਂ ਕਿ ਇੱਕ ਰਾਹ ਬਣਾ ਰਹੇ ਨੇ। E40 ਪ੍ਰੋਜੈਕਟ ਯਾਦ ਰੱਖਣਾ, ਯੂਕਰੇਨ 'ਤੇ ਚਲਾਇਆ ਜਾ ਰਿਹਾ, ਯੂਕਰੇਨ ਅਤੇ ਬੇਲਾਰੂਸ ਦੁਆਰਾ। ਇਹਦੇ ਵਿੱਚ ਕਰ ਕੀ ਰਹੇ ਨੇ ਉਹ ਵੀ ਦੋ ਨਦੀਆਂ ਨੂੰ ਜੋੜ ਰਹੇ ਨੇ, ਪਾਣੀ ਇਹਦਾ ਅੱਗੇ ਨੂੰ ਮੂਵ ਕਰ ਰਹੇ ਨੇ, ਜਿਹਦੇ ਕਰਕੇ ਆਪਣਾ ਜਿਹੜੀ ਪਰੀਪਤ ਰਿਵਰ ਆ ਉਹਦਾ ਪਾਣੀ ਜਿੱਥੋਂ ਵਗਦਾ ਉੱਥੋਂ ਨਾ ਵਗ ਕੇ ਹੋਰ ਪਾਸੇ ਜਾਣ ਲੱਗ ਗਿਆ। ਤਾਂ ਕਰਕੇ ਨਦੀ ਕੀ ਕਰ ਅਸੀਂ ਦੇਖਦੇ ਹਾਂ ਕਿ ਵਰਲਡ ਵਾਈਡ ਫੰਡ 1961 ਦੇ ਵਿੱਚ ਬਣਾਇਆ ਗਿਆ ਸੀਗਾ। ਇਹ ਦੇਸ਼ਾਂ ਅਤੇ ਆਮ ਲੋਕਾਂ ਦੀ ਇੱਕ ਸੰਗਠਨ ਬਣਿਆ ਹੋਇਆ। ਇਹਦਾ ਮੁੱਖ ਕੰਮ ਸਾਡੇ ਵਾਤਾਵਰਨ ਨੂੰ ਬਚਾਉਣਾ। ਅਤੇ ਇਹਦਾ ਜਿਹੜਾ ਦਫ਼ਤਰ ਆ ਉਹ ਗਲੈਂਡ ਇੱਕ ਸ਼ਹਿਰ ਆ ਸਵਿਟਜ਼ਰਲੈਂਡ ਦੇ ਵਿੱਚ, ਉੱਥੇ ਬਣਿਆ ਹੋਇਆ ਸਾਥੀਓ।
ਅੱਗੇ ਚੱਲਦੇ ਹਾਂ। ਅੱਗੇ ਹੈਗਾ ਗਾਲਾਪਾਗੋਸ ਆਈਲੈਂਡ। ਗਾਲਾਪਾਗੋਸ ਆਈਲੈਂਡ ਇਕੁਆਡੋਰ ਦੇ ਵਿੱਚ ਨੇ। ਅਸੀਂ ਦੇਖਦੇ ਹਾਂ ਕਿ ਇਹ ਵੀ ਨਿਊਜ਼ ਦੇ ਵਿੱਚ ਨੇ, ਕਿਉਂਕਿ ਚਾਈਨਾ ਦੇ ਮਛਿਆਰਿਆਂ ਨੇ ਗਾਲਾਪਾਗੋਸ ਆਈਲੈਂਡ ਦੇ ਨੇੜੇ ਤੇੜੇ ਕੀ ਕੀਤਾ, ਮੱਛੀਆਂ ਫੜਨ ਗਏ, ਪਰ ਉਹ ਇਲਾਕਾ ਕੀ ਸੀ, ਇਕੁਆਡੋਰ ਦਾ ਸੀ, ਜਿਹਦੇ ਕਰਕੇ ਇਹਨਾਂ ਦੋਹਾਂ ਦੇਸ਼ਾਂ ਦੇ ਵਿੱਚ ਕਰਕੇ ਟੈਨਸ਼ਨਸ ਵੱਧ ਗਈਆਂ। ਗੱਲ ਕਰੀਏ ਆ ਗਾਲਾਪਾਗੋਸ ਆਈਲੈਂਡ ਦੀ, ਉਰਲੇ ਪਾਸੇ ਮੈਪ 'ਚ ਨਹੀਂ ਆ ਰਿਹਾ, ਪਰੰਤੂ ਜੇ ਅਸੀਂ ਖੱਬੇ ਹੱਥ ਦੇਖੀਏ ਤਾਂ ਚਾਈਨਾ ਆ ਜਾਂਦਾ, ਅਤੇ ਉਰਲੇ ਪਾਸੇ ਆ ਬ੍ਰਾਜ਼ੀਲ ਦੇ ਨਾਲ ਇਕੁਆਡੋਰ। ਇਕੁਆਡੋਰ ਦੀ ਰਾਜਧਾਨੀ ਕਿਓਟੋ ਯਾਦ ਰੱਖਣੀ ਆ। ਅਤੇ ਆਹ ਜਿਹੜੇ ਵਿਚਾਲੇ ਆ ਗਏ ਗਾਲਾਪਾਗੋਸ ਆਈਲੈਂਡ ਆ ਗਏ, ਇੱਥੇ ਚਾਈਨਾ ਨੂੰ ਦੇਖਿਆ ਗਿਆ। ਅੱਗੇ ਚੱਲਦੇ ਸਾਥੀਓ, ਅਰਾਵਲੀ ਪਰਬਤ ਨਿਊਜ਼ ਦੇ ਵਿੱਚ ਸੀ, ਕਿਉਂਕਿ ਅਸੀਂ ਦੇਖਦੇ ਹਾਂ ਕਿ ਜਦੋਂ ਰਕਸ਼ਾ ਬੰਧਨ ਹੋਇਆ ਸੀਗਾ ਤਾਂ ਵੱਡੇ ਪੱਧਰ 'ਤੇ ਲੇਡੀਜ਼ ਨੇ ਰੱਖੜੀਆਂ ਬੰਨ੍ਹੀਆਂ ਸੀਗੀਆਂ। ਕਿਹਨਾਂ ਨੂੰ? ਦਰੱਖਤਾਂ ਨੂੰ, ਅਰਾਵਲੀ ਦਰੱਖਤਾਂ, ਅਰਾਵਲੀ ਜੰਗਲਾਂ ਨੂੰ ਰੱਖੜੀਆਂ ਬੰਨ੍ਹੀਆਂ, ਸਹੁੰ ਖਾਧੀ ਕਿ ਅਸੀਂ ਇਹਨੂੰ ਪ੍ਰੋਟੈਕਟ ਕਰਾਂਗੇ। ਤਾਂ ਅਸੀਂ ਦੇਖਦੇ ਹਾਂ ਕਿ ਅਰਾਵਲੀ ਪਰਬਤ ਨਿਊਜ਼ ਦੇ ਵਿੱਚ ਨੇ। ਅਰਾਵਲੀ ਪਰਬਤ ਜਿਹੜੇ ਹੈਗੇ ਨੇ ਸਾਥੀਓ, ਤਾਂ ਸਾਥੀਓ ਅਸੀਂ ਦੇਖਦੇ ਹਾਂ ਕਿ ਜਿਹੜੇ ਇਹ ਅਰਾਵਲੀ ਪਰਬਤ ਨੇ, ਅਸੀਂ ਦੇਖਦੇ ਹਾਂ ਕਿ ਦਿੱਲੀ ਤੋਂ ਸ਼ੁਰੂ ਹੋ ਜਾਂਦੇ ਨੇ। ਦਿੱਲੀ ਤੋਂ ਪਾਲਨਪੁਰ ਇਲਾਕਾ ਆਉਂਦਾ ਗੁਜਰਾਤ ਦੇ ਵਿੱਚ, ਉਹ ਤੱਕ ਜਾਂਦੇ ਨੇ। ਸਭ ਤੋਂ ਉੱਚੀ ਚੋਟੀ ਗੁਰੂ ਸ਼ਿਖਰ ਆ, ਜੋ 1722 ਮੀਟਰ ਭਾਵ 5650 ਫੁੱਟ ਉੱਚੀ ਹੈ। ਇਹ ਦੁਨੀਆ ਦੇ ਵੀ ਅਤੇ ਭਾਰਤ ਦੇ ਵੀ ਸਭ ਤੋਂ ਪੁਰਾਣੇ ਪਹਾੜ ਨੇ, ਧਿਆਨ ਰੱਖਣਾ ਇਹ ਗੱਲ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਇਹ ਤੋਂ ਇਲਾਵਾ ਇਹਦੇ ਵਿਚਕਾਰ ਪੀਪਲੀ ਘਾਟ, ਦੀਵਾਰ ਅਤੇ ਦਸਾਰੂ ਦਰੇ ਆਉਂਦੇ ਨੇ, ਜਿਹੜੇ ਅੱਜ ਕੱਲ੍ਹ ਰੋਡ ਜਾਂ ਰੇਲਵੇ ਰਾਹੀਂ ਆਪਾਂ ਇੱਕ ਦੂਜੇ ਨਾਲ ਜੁੜੇ ਹੋਏ ਨੇ। ਅਸੀਂ ਦੇਖਦੇ ਹਾਂ ਕਿ ਸਰਕਾਰ ਨਾ ਪਲਾਨ ਕਰ ਰਹੀ ਹੈ ਕਿ 1600 ਕਿਲੋਮੀਟਰ ਜਿਹੜੇ ਲੰਬੇ ਇਹ ਅਰਾਵਲੀ ਪਰਬਤ ਨੇ ਨਾ, ਇਹਦੇ 5 ਕਿਲੋਮੀਟਰ ਦੇ ਏਰੀਆ ਬਣਾਇਆ ਜਾਵੇ ਚੌੜਾ ਦੋਨੇ ਪਾਸੇ, ਤਾਂ ਕਿ ਜਿਹੜੇ ਪੋਲਿਊਸ਼ਨ ਤੋਂ ਬਚਾਇਆ ਜਾ ਸਕੇ ਅਰਾਵਲੀ ਪਹਾੜੀਆਂ ਨੂੰ। ਜਿਵੇਂ ਕਿ ਅਸੀਂ ਦੇਖਦੇ ਹਾਂ ਕਿ ਸਹਾਰਾ ਮਾਰੂਥਲ ਦੇ ਅਰਾਊਂਡ ਇੱਕ ਗ੍ਰੇਟ ਗ੍ਰੀਨ ਵਾਲ ਬਣਾਈ ਹੋਈ ਹੈ, ਜਿਹਦੇ ਵਿੱਚ ਵੀ ਕੋਈ ਸਹਾਰਾ ਮਾਰੂਥਲ ਦੇ ਵਿੱਚ ਨਹੀਂ ਜਾ ਸਕਦਾ, ਉਹਨੂੰ ਬਾਰ ਜਾਣਾ ਪੈਂਦਾ, ਜਿਹਦੇ ਕਰਕੇ ਪੋਲਿਊਸ਼ਨ ਤੋਂ ਬਚ ਜਾਂਦਾ। ਉਹੀ ਪ੍ਰੋਜੈਕਟ ਅਰਾਵਲੀ ਪਰਬਤਾਂ 'ਤੇ ਵੀ ਲਾਇਆ ਜਾ ਰਿਹਾ। ਹਾਂ, ਧਿਆਨ ਮਾਰੋਗੇ ਤਾਂ ਮੈਪ ਆ ਗਿਆ। ਉੱਪਰਲੇ ਪਾਸੇ ਦੇਖੋ ਥਾਰ ਮਾਰੂਥਲ ਦੇ ਕੋਲ ਉਹ ਅਰਾਵਲੀ ਪਰਬਤ ਆ ਗਏ। ਅਰਾਵਲੀ ਥੱਲੇ ਵਿਧਿਆਂਚਲ ਪਰਬਤ ਨੇ, ਵਿਧਿਆਂਚਲ ਥੱਲੇ ਸਤਪੁੜਾ ਪਰਬਤ ਨੇ। ਫਿਰ ਸਾਈਡ ਦੇਖੋਗੇ ਵੈਸਟਰਨ ਘਾਟ ਪਹਾੜ ਨੇ, ਈਸਟਰਨ ਘਾਟ ਪਹਾੜ ਨੇ, ਛੋਟਾ ਨਾਗਪੁਰ ਪਹਾੜ ਨੇ। ਇਹ ਸਾਰੇ ਪਹਾੜਾਂ ਦੇ ਨਾਮ ਨੇ ਸਾਥੀਓ, ਯਾਦ ਰੱਖਣਾ। ਅੱਗੇ ਹੈਗਾ ਮਾਊਂਟ ਸਿਨਾਬਗ। ਅਸੀਂ ਦੇਖਦੇ ਹਾਂ ਕਿ ਇੰਡੋਨੇਸ਼ੀਆ ਦੇ ਵਿੱਚ ਇੱਕ ਮਾਊਂਟ ਸਿਨਾਬਗ ਆ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਕੀ ਆਏ ਨੇ ਰੀਸੈਂਟ ਦੇ ਵਿੱਚ, ਉਹ 'ਚੋਂ ਜਵਾਲਾਮੁਖੀ ਫੁੱਟਿਆ, ਧਿਆਨ ਰੱਖਣਾ ਇਹ ਗੱਲ। ਬਸ ਮੇਨ ਗੱਲ ਮਾਊਂਟ ਸਿਨਾਬਗ ਕਿੱਥੇ ਹੈਗੀ? ਇੰਡੋਨੇਸ਼ੀਆ ਦੇ ਵਿੱਚ ਆ। ਇੰਡੋਨੇਸ਼ੀਆ ਦਾ ਜਿਹੜੇ ਮਾਊਂਟ ਸਿਨਾਬਗ ਦੇ ਨਾਲ ਦੇ ਇਲਾਕੇ ਨੇ ਨਾ, ਇਹ 'ਚ 120 ਜਵਾਲਾਮੁਖੀ ਪਾਏ ਜਾਂਦੇ ਨੇ, ਅਤੇ ਇਹ ਪੈਸੀਫਿਕ ਪ੍ਰਸ਼ਾਂਤ ਮਹਾਸਾਗਰ 'ਚ ਆ। ਜਿੱਥੇ ਪਾਏ ਜਾਂਦੇ ਨੇ ਉਹਨੂੰ ਰਿੰਗ ਆਫ ਫਾਇਰ ਵੀ ਕਿਹਾ ਜਾਂਦਾ। ਰਿੰਗ ਆਫ ਫਾਇਰ ਇੱਕ ਬੈਲਟ ਆ ਗਈ ਪੈਸੀਫਿਕ ਓਸ਼ਨ ਭਾਵ ਪ੍ਰਸ਼ਾਂਤ ਮਹਾਸਾਗਰ ਦੇ ਵਿੱਚ, ਜਿਹਦੇ ਵਿੱਚ ਲਗਾਤਾਰ ਹੀ ਕੀ ਨਿਕਲਦੇ ਰਹਿੰਦੇ ਨੇ, ਜਵਾਲਾਮੁਖੀ ਫਟਦਾ ਰਹਿੰਦਾ, ਭੁਚਾਲ ਆਉਂਦੇ ਰਹਿੰਦੇ ਨੇ। ਅਸੀਂ ਦੇਖਦੇ ਹਾਂ ਕਿ ਜਿਹੜੀ ਇਹ ਹੈਗੀ ਆ, ਇਹ ਮੋਸਟਲੀ ਇੰਡੋਨੇਸ਼ੀਆ ਦੇ ਨਾਲ ਲੱਗਦੇ ਜਿਹੜੇ ਦੇਸ਼ ਨੇ ਉਹਨਾਂ ਦੇ ਵਿੱਚ ਆਉਂਦੀ ਆ। ਆਹ ਦੇਖੋਗੇ ਸਾਥੀਓ ਮੈਪ, ਤਾਂ ਇਹ ਸਿਨਾਬਗ ਆ, ਇੰਡੋਨੇਸ਼ੀਆ ਦਾ ਮਾਊਂਟ ਸਿਨਾਬਗ ਬਣੀ ਹੋਈ ਆ, ਉੱਥੇ ਆਇਆ ਹੈਗਾ। ਅਤੇ ਆਹ ਦੇਖੋਗੇ ਰਿੰਗ ਆਫ ਫਾਇਰ ਬਣੀ ਹੋਈ ਆ, ਜਿਹੜੀ ਆ ਜ਼ਿਆਦਾ ਗੂੜ੍ਹੀ ਕੀਤੀ ਹੋਈ ਆ। ਇਹ ਉਹ ਇਲਾਕੇ ਨੇ ਜਿੱਥੇ ਬਹੁਤ ਜ਼ਿਆਦਾ ਭੂਚਾਲ ਆਉਂਦੇ ਨੇ, ਤਾਂ ਲੋਕ ਪੱਕੇ ਘਰ ਨਹੀਂ ਬਣਾਉਂਦੇ, ਕੱਚੇ ਘਰਾਂ 'ਚ ਬਣਾ ਕੇ ਰਹਿੰਦੇ ਨੇ, ਕਿਉਂਕਿ ਪਤਾ ਹੀ ਡਿੱਗ ਹੀ ਪੈਣਾ ਨਾਲ ਦੇ ਨਾਲ ਜਦੋਂ ਭੂਚਾਲ ਆਊਗਾ। ਭੂਚਾਲ ਵੀ ਆਉਂਦੇ ਨੇ, ਜਵਾਲਾਮੁਖੀ ਫਟਦੇ ਨੇ, ਹੜ੍ਹ ਆਉਂਦੇ ਨੇ, ਤਾਂ ਕਰਕੇ ਇਹਨੂੰ ਰਿੰਗ ਆਫ ਫਾਇਰ ਕਿਹਾ ਜਾਂਦਾ। ਅੱਗੇ ਸਾਥੀਓ ਅਸੀਂ ਦੇਖਦੇ ਹਾਂ ਇਹ ਕੀ ਹੈਗਾ, ਕੋਈ ਜ਼ਿਆਦਾ ਤੁਹਾਡੇ ਵਾਸਤੇ ਇੰਪੋਰਟੈਂਟ ਨਹੀਂ। ਕੈਨੇਡਾ ਦੇ ਵਿਚਕਾਰ ਨਾ ਇੱਕ ਆਈਸ ਸ਼ੈਲਫ ਕੀ ਹੁੰਦਾ ਵੀ ਜਿੱਥੇ ਬਰਫ਼ ਬਹੁਤ ਜੰਮੀ ਹੋਵੇ, ਤਾਂ ਉਹ ਅਰਾਊਂਡ ਅਸੀਂ ਦੇਖਦੇ ਹਾਂ ਕਿ ਉਹ ਟੁੱਟ ਕੇ ਪਿਘਲ ਗਿਆ ਮਿਲਣਾ ਆਈਸ ਸ਼ੈਲਫ।